बोगस बिलिंग का मुद्दा जिहड़ा है आप अखबारां च भी रोज़ पढ़ते पे हैं कि हज़ार दो हज़ार करोड़ 10,000 करोड़ की गवर्नमेंट सरकार चोरियां पकड़ रही है नकली बिलों के विच। ऑल इंडिया तो एक मुहिम चली है कि इहनूं रिवर्स चार्ज मैकेनिज्म जिहदे विच ड्यूटी असीं जमा करावांगे जदों असीं परचेज करांगे स्क्रैप ते वो ड्यूटी का सानूं क्रेडिट मिल जाऊगा, सरकार नूं फुल ड्यूटी आ जाएगी। ਤੇ ਜਿਹੜੇ ਬੋਗਸ ਬਿਲਿੰਗ ਵਾਲੇ ਆ ਉਹਨਾਂ ਕੋਲ ਕੋਈ ਇਨਸੈਂਟਿਵ ਹੀ ਨਹੀਂ ਹੋਏਗਾ ਕਿ ਅਸੀਂ ਚੋਰੀ ਕਰੀਏ। 5% ਦਾ ਕੁਝ ਅਮਾਉਂਟ ਹੀ ਨਹੀਂ ਬਣਨੀ ਕਿ ਉਹ ਚੋਰੀ ਕਰਨ, ਕਿਹਨੂੰ ਪਾਸ ਕਰਨਗੇ। ਤੇ ਉਹ ਸਰਕਾਰ ਨੂੰ ਮੇਰੀ ਇੱਕ ਰਿਕੁਐਸਟ ਹੈ, ਸਰਕਾਰ ਇਸ 5% ਵਾਲੀ ਡਿਊਟੀ ਨੂੰ 3 ਜਾਂ 6 ਮਹੀਨੇ ਲਈ ਲਗਾ ਕੇ ਦੇਖੇ। ਅਗਰ ਉਹਨਾਂ ਦਾ ਰੈਵਿਊ ਨਹੀਂ ਹੋ ਬਹੁਤ ਵੱਧ ਜਾਂਦਾ ਹੈ ਤੇ ਉਹ ਕਾਮਯਾਬ ਹੈ, ਨਹੀਂ ਤਾਂ ਸਰਕਾਰ ਜਦੋਂ ਮਰਜ਼ੀ ਉਹਨੂੰ 18% ਕਰ ਸਕਦੀ ਹੈ। ਕਾਰ ਹੁਣ ਜਿਹੜੀ GST ਰਜਿਸਟ੍ਰੇਸ਼ਨਾਂ ਹੋਈਆਂ ਉਹਨਾਂ ਨੂੰ ਚੈੱਕ ਕਰਨ ਲੱਗੀ ਹੈ ਕਿ ਕਿਆ ਉਹ ਰਜਿਸਟ੍ਰੇਸ਼ਨਾਂ ਕਰਾਉਣ ਵਾਲੇ ਬੰਦੇ ਸਹੀ ਹੈ, ਕਿਆ ਉਹਨਾਂ ਦੇ ਪੈਨ ਕਾਰਡ ਸਹੀ ਹੈ। ਉਸ ਬੰਦੇ ਦਾ ਨਾਮ ਦੇਖਿਆ ਜਾਏਗਾ। ਜਿਵੇਂ ਆਪਾਂ ਇਹ ਵੀ ਪੜ੍ਹਿਆ ਕਿ ਬੰਦੇ ਨੇ ਆਪਣੇ ਜਿਹੜੇ ਉਹਦੇ ਵਰਕਰ ਹੈ ਉਹਨਾਂ ਦੇ ਪੈਨ ਕਾਰਡਾਂ ਤੇ ਜਾਂ ਉਹਨਾਂ ਦੇ ਆਧਾਰ ਕਾਰਡ ਦੇ ਉੱਤੇ ਕੰਪਨੀਆਂ ਖੋਲ੍ਹਣੀਆਂ, ਉਹ ਚੈੱਕ ਕਰਨਗੇ। ਪਿੱਛੇ ਇੱਕ ਆਇਆ ਸੀਗਾ ਦਿੱਲੀ ਦੀ ਇੱਕ ਜਗ੍ਹਾ ਤੇ ਇੱਕ ਬੰਦੇ ਨੇ 15 ਕੰਪਨੀਆਂ ਇੱਕ ਛੋਟੇ ਜਿਹੇ ਕਮਰੇ 'ਚ ਰਜਿਸਟ੍ਰੇਸ਼ਨ ਕਰਾਈ ਹੋਈ ਸੀ। ਉਹ ਵੀ ਸਰਕਾਰ ਕੋਲ ਪਕੜੀ ਗਈ ਹੈਗੀ ਹੈ ਕਿ ਬੰਦਾ ਰਜਿਸਟ੍ਰੇਸ਼ਨ ਲੈ ਰਿਹਾ ਜਿਸ ਕੰਮ ਲਈ ਲੈ ਰਿਹਾ ਉਹਦੇ ਲਈ ਉਹਦੇ ਕੋਲ ਸਾਧਨ ਹੈਗੇ ਆ। ਮੀਨ ਅਗਰ ਉਹ ਸਕ੍ਰੈਪ ਦਾ ਕੰਮ ਕਰ ਰਿਹਾ ਕਿਆ ਉਹਦੇ ਕੋਲ ਗੋਡਾਊਨ ਹੈ ਜਿੱਥੇ 100 200 500 ਟਨ ਸਕ੍ਰੈਪ ਰੱਖ ਸਕਦਾ। ਕੰਮ ਤਾਂ ਉਹ 5000 ਟਨ ਦਾ ਕਰਦਾ ਤੇ ਸਕ੍ਰੈਪ ਰੱਖਣ ਦੀ ਜਗ੍ਹਾ ਉਹਦੇ ਕੋਲ 5 ਟਨ ਨਹੀਂ ਹੁੰਦੀ। ਤੇ ਇੱਥੋਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਹ ਕੰਮ ਗਲਤ ਕਰ ਰਿਹਾ। ਫਰਨਸਾਂ ਖਰੀਦਣ ਲੱਗ ਪਏ ਔਰ ਫਰਨਸ ਖਰੀਦ ਕੇ ਉਹ ਇਸ ਬੋਗਸ ਬਿਲਿੰਗ ਨੂੰ ਜ਼ਿਆਦਾ ਵਧਾਵਾ ਦੇ ਰਹੇ। ਹਾਲਾਤ ਇਹ ਕਿ ਲੋਕਾਂ ਨੇ ਲਗਜ਼ਰੀ ਕਾਰਾਂ ਤੱਕ ਲੈ ਲਈਆਂ, ਜਦਕਿ ਬਾਕੀ ਜਿਹੜੇ ਐਕਚੁਅਲ ਜੱਦੀ ਸੀਗੇ ਉਹਨਾਂ ਦੀ ਮਿਲਾਂ ਵਿਕਦੀਆਂ ਪਈਆਂ ਤੇ ਜਿਹੜੇ ਨਵੇਂ ਆਏ ਆ ਉਹ ਮਤਲਬ ਲਗਜ਼ਰੀ ਕਾਰਾਂ ਖਰੀਦ ਰਹੇ। ਤਾਂ ਤਾਂ ਲੱਗਦਾ ਪਤਾ ਤੁਹਾਨੂੰ ਸਾਰਿਆਂ ਨੂੰ ਸਭ ਕੁਝ ਹੈ, ਪਰ ਲਿਹਾਜ਼ ਕਰੀ ਜਾਂਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਖੁਦ ਹੀ ਅੰਦਰ ਰਲ ਕੇ ਬਰਬਾਦ ਕਰ ਰਹੇ ਇੰਡਸਟਰੀ ਨੂੰ, ਅੱਜ ਵੀ ਤੁਸੀਂ ਉਹਨਾਂ ਦਾ ਲਿਹਾਜ਼ ਕਰੀ ਜਾ ਰਹੇ ਹੋ, ਜਦਕਿ ਉਹ ਤੁਹਾਡੇ ਨਾਲ ਬੈਠ ਕੇ ਤੁਹਾਡੀ ਇੰਡਸਟਰੀ ਬਰਬਾਦ ਕਰ ਰਹੇ। ਦੇਖੋ ਤੁਸੀਂ ਹੁਣ ਮੈਂ ਕਹਾਂਗਾ ਤੁਹਾਨੂੰ ਹੁਣ ਨਾ ਸੈਂਟਰਲ ਗਵਰਨਮੈਂਟ ਦੇ ਐਕਸ਼ਨ ਦੀ, GST ਡਿਪਾਰਟਮੈਂਟ ਦੇ ਐਕਸ਼ਨ ਦੀ ਵੇਟ ਕਰਨੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਉਹ 'ਚ ਬਾਹਰ ਆ ਜਾਣਗੀਆਂ। ਜੇ ਉਹ ਕੋਈ GST ਦਾ ਅਸੀਂ ਇੱਥੇ ਵੀ ਕਿਹਾ ਸੀ ਕਿ ਉਹਦੀ ਕੋਈ ਸਿਕਿਉਰਿਟੀ ਲਿੱਤੀ ਜਾਵੇ, ਹਾਲਾਂਕਿ ਉਹ ਪ੍ਰੋਵੀਜ਼ਨ ਨਹੀਂ ਹੈ। GST ਨੰਬਰ ਦੇਣ ਲੱਗੇ ਕਿ ਸਰਕਾਰ ਸਿਕਿਉਰਿਟੀ ਜਾਂ ਆਪਣੀ ਤੁਸੀਂ ਕੀ ਜੀ ਆਪਣੀ ਕੋਈ ਰਜਿਸਟਰੀ ਦੇ ਦਿਓ ਜਗ੍ਹਾ ਦੀ, ਉਹ ਨਹੀਂ ਹੋ ਸਕਦਾ। जनहितैषी TRP नहीं खरीदते, भरोसा जीतते हैं हम। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਫਰਨਸ ਇੰਡਸਟਰੀ ਦੇ ਵਿੱਚ ਬੋਗਸ ਬਿਲਿੰਗ ਦਾ ਮੁੱਦਾ ਲਗਾਤਾਰ ਜਿਹੜਾ ਹੈ ਭਖਦਾ ਜਾ ਰਿਹਾ ਹੈ। ਹਾਲਾਤ ਬਦ ਤੋਂ ਬਦਤਰ ਹੋ ਰਹੇ ਹੈ। ਜਿਹੜੇ ਸਹੀ ਕੰਮ ਕਰਨ ਵਾਲੇ ਕਾਰੋਬਾਰੀ ਹੈ ਉਹ ਲਗਾਤਾਰ ਸਰਕਾਰ ਦੇ ਨਾਲ ਤੇ GST ਵਿਭਾਗ ਨਾਲ ਸੰਪਰਕ ਬਣਾਏ ਹੋਏ ਹੈ, ਕਿਉਂਕਿ ਸਾਲ 2 ਸਾਲ ਗੁਜ਼ਰਨ ਤੋਂ ਬਾਅਦ ਪੁਰਾਣੀਆਂ ਚੀਜ਼ਾਂ, ਪੁਰਾਣੇ ਗੜੇ ਮੁਰਦੇ ਉਖਾੜਨਾ ਔਰ ਇੰਡਸਟਰੀ ਟ੍ਰੇਡ ਨੂੰ ਖੱਲਾ ਜ਼ਿੰਮੇਵਾਰ ਠਹਿਰਾਣਾ, ਇਸ ਚੀਜ਼ ਨੂੰ ਲੈ ਕੇ ਇੰਡਸਟਰੀ ਟ੍ਰੇਡ ਪਰੇਸ਼ਾਨ ਹੈ। ਪਰਮਾਨੈਂਟ ਹੱਲ ਕੱਢਣ ਦੀ ਜਿਹੜੀ ਤਲਾਸ਼ ਕੀਤੀ ਜਾ ਰਹੀ ਹੈ। ਸੋ ਇਸ ਮਾਮਲੇ ਦੇ ਵਿੱਚ ਇੰਡਸਟਰੀ ਟ੍ਰੇਡ ਵੱਲੋਂ ਜਿੱਥੇ ਰਿਵਰਸ ਚਾਰਜ ਨੂੰ ਦੱਸਿਆ ਜਾ ਰਿਹਾ ਸੀ, ਹੁਣ ਇੱਕ ਨਵਾਂ ਆਲਟਰਨੇਟਿਵ ਵੀ ਦਿੱਤਾ ਜਾ ਰਿਹਾ ਹੈ ਕਿ ਜੇ ਇਹਨੂੰ ਜਿਹੜਾ ਸੈਕੰਡਰੀ ਸਟੀਲ ਹੈਗਾ ਜਾਂ ਸਕ੍ਰੈਪ ਹੈਗਾ ਇਹਨੂੰ 5% ਦੇ ਵਿੱਚ ਲਿਆਂਦਾ ਜਾਵੇ ਤੇ ਨਿਯਮ ਵੀ ਨਹੀਂ ਬਦਲਣ ਦੀ ਲੋੜ ਪੈਗੀ। ਸੋ ਇਸ ਮਾਮਲੇ ਦੇ ਵਿੱਚ ਆਲ ਇੰਡੀਆ ਫਰਨਸ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਜਿਹੜੇ ਹੈਗੇ ਸੰਦੀਪ ਜੈਨ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਕੀ ਅਗਲਾ ਹੁਣ ਹੈਗਾ, ਕਿੱਦਾਂ ਦੀਆਂ ਚੀਜ਼ਾਂ, ਕੀ ਤਰਕ ਦੇਣਾ ਚਾਹੁੰਦੇ ਹੋ? ਸਰ ਨਮਸਕਾਰ। ਨਮਸਕਾਰ ਜੀ। ਸਰ ਕੀ ਕਹਿਣਾ ਚਾਹੁੰਦੇ ਹੋ? ਸਰ ਬੋਗਸ ਬਿਲਿੰਗ ਦਾ ਮੁੱਦਾ ਜਿਹੜਾ ਹੈ ਆਪਾਂ ਅਖਬਾਰਾਂ 'ਚ ਵੀ ਰੋਜ਼ ਪੜ੍ਹਦੇ ਪਏ ਹਾਂ ਕਿ ਹਜ਼ਾਰ ਦੋ ਹਜ਼ਾਰ ਕਰੋੜ 10,000 ਕਰੋੜ ਦੀ ਗਵਰਨਮੈਂਟ ਸਰਕਾਰ ਚੋਰੀਆਂ ਪਕੜ ਰਹੀ ਹੈ ਨਕਲੀ ਬਿੱਲਾਂ ਦੇ ਵਿੱਚ, ਜਿਹੜੇ ਕਿ ਕਮਰੇ 'ਚ ਬੈਠ ਕੇ ਸਿਰਫ ਬਿੱਲ ਕੱਟਦੇ ਹੈਗੇ ਆ। ਉਹਦੇ ਵਿੱਚ ਸਾਡੇ ਆਲ ਇੰਡੀਆ ਤੋਂ ਇੱਕ ਮੁਹਿੰਮ ਚੱਲੀ ਹੈ ਕਿ ਇਹਨੂੰ ਰਿਵਰਸ ਚਾਰਜ ਮੈਕੈਨਿਜ਼ਮ, ਜਿਹਦੇ ਵਿੱਚ ਡਿਊਟੀ ਅਸੀਂ ਜਮ੍ਹਾਂ ਕਰਾਵਾਂਗੇ ਜਦੋਂ ਅਸੀਂ ਪਰਚੇਜ਼ ਕਰਾਂਗੇ ਸਕ੍ਰੈਪ ਤੇ ਉਹ ਡਿਊਟੀ ਦਾ ਸਾਨੂੰ ਕ੍ਰੈਡਿਟ ਮਿਲ ਜਾਊਗਾ, ਸਰਕਾਰ ਨੂੰ ਫੁੱਲ ਡਿਊਟੀ ਆ ਜਾਏਗੀ। ਉਹਦੇ ਨਾਲ ਅਸੀਂ ਇੱਕ ਸੁਜੈਸ਼ਨ ਪਹਿਲਾਂ ਵੀ ਦਿੱਤੀ ਸੀ ਤੇ ਹੁਣ ਵੀ ਕਹਿੰਦੇ ਹਾਂ ਕਿ ਅਗਰ ਉਹ RCM ਵਾਸਤੇ ਬੜੇ ਕਾਨੂੰਨ ਬਦਲਨੇ ਪੈਂਦੇ ਆ। ਇੱਕ ਹੈਗਾ ਇਹਨਾਂ ਦੀ ਸਲੈਬ ਹੈ 5% ਆਲਰੇਡੀ, ਤੇ ਜਿਹੜੀ ਸਕ੍ਰੈਪ ਹੈ ਜਿਹੜੀ ਕਿ HSN ਕੋਡ 7204 ਦੇ ਅੰਡਰ ਆਉਂਦੀ ਹੈ, ਉਹਨੂੰ 5% ਦੇ ਵਿੱਚ ਅਗਰ ਅਸੀਂ ਕਰ ਦਿੱਤਾ ਜਾਵੇ, ਉਹਦੇ 'ਚ ਕੋਈ ਕਾਨੂੰਨ ਨਹੀਂ ਬਦਲਣਾ, ਸਿਰਫ ਰੇਟ ਆਫ GST 18 ਤੋਂ 5% ਕਰਨਾ ਹੈ। ਤੇ ਜਿਹੜੇ ਬੋਗਸ ਬਿਲਿੰਗ ਵਾਲੇ ਆ ਉਹਨਾਂ ਕੋਲ ਕੋਈ ਇਨਸੈਂਟਿਵ ਹੀ ਨਹੀਂ ਹੋਏਗਾ ਕਿ ਅਸੀਂ ਚੋਰੀ ਕਰੀਏ। 5% ਦਾ ਕੁਝ ਅਮਾਉਂਟ ਹੀ ਨਹੀਂ ਬਣਨੀ ਕਿ ਉਹ ਚੋਰੀ ਕਰਨ, ਕਿਹਨੂੰ ਪਾਸ ਕਰਨਗੇ। ਤੇ ਉਹ ਸਰਕਾਰ ਨੂੰ ਮੇਰੀ ਇੱਕ ਰਿਕੁਐਸਟ ਹੈ, ਸਰਕਾਰ ਇਸ 5% ਵਾਲੀ ਡਿਊਟੀ ਨੂੰ 3 ਜਾਂ 6 ਮਹੀਨੇ ਲਈ ਲਗਾ ਕੇ ਦੇਖੇ। ਅਗਰ ਉਹਨਾਂ ਦਾ ਰੈਵਿਊ ਨਹੀਂ ਹੋ
ਬਹੁਤ ਵੱਧ ਜਾਂਦਾ ਹੈ ਤੇ ਉਹ ਕਾਮਯਾਬ ਹੈ। ਨਹੀਂ ਤਾਂ ਸਰਕਾਰ ਜਦੋਂ ਮਰਜ਼ੀ ਉਹਨੂੰ 18% 'ਚ ਕਰ ਸਕਦੀ ਹੈ। ਲੇਕਿਨ ਇਹਦੇ ਨਾਲ ਇੱਕ ਨਵੀਂ ਨਿਊਜ਼ ਆਈ ਹੈ ਜਿਹੜੀ ਇੰਡਸਟਰੀ ਨੇ ਬਹੁਤ ਉਹਦੀ ਸਰਾਹਨਾ ਕੀਤੀ ਹੈ ਸਰਕਾਰ ਦੀ, ਕਿ ਸਰਕਾਰ ਹੁਣ ਜਿਹੜੀ GST ਰਜਿਸਟ੍ਰੇਸ਼ਨਾਂ ਹੋਈਆਂ ਉਹਨਾਂ ਨੂੰ ਚੈੱਕ ਕਰਨ ਲੱਗੀ ਹੈ ਕਿ ਕਿਆ ਉਹ ਰਜਿਸਟ੍ਰੇਸ਼ਨਾਂ ਕਰਾਉਣ ਵਾਲੇ ਬੰਦੇ ਸਹੀ ਹੈ, ਕਿਆ ਉਹਨਾਂ ਦੇ ਪੈਨ ਕਾਰਡ ਸਹੀ ਹੈ, ਕਿਆ GST ਉਹਨਾਂ ਦੇ ਮਤਲਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਖਾਨੇ 'ਚ ਗੱਲ ਪੈ ਗਈ ਹੈ, ਉਹਨਾਂ ਨੂੰ ਲੱਗ ਰਿਹਾ ਕਿ ਵਾਕਈ ਇੰਡਸਟਰੀਲਿਸਟ ਜਿਹੜਾ ਹੈ ਸਹੀ ਜਿਹੜਾ ਚੀਕਾਂ ਬੋਗਸ ਬਿਲਿੰਗ ਜਿਹੜੀ ਹੈ ਉਹ ਸਰਕਾਰ ਨੂੰ ਵੀ ਪਤਾ ਹੋ ਰਹੀ ਹੈ। ਉਹਦੇ ਵਿੱਚ ਸਰਕਾਰ ਇੱਕ ਡਰਾਈਵ ਚਲਾ ਰਹੀ ਹੈ ਜਿਹਦੇ ਵਿੱਚ ਜਿਹੜੇ ਇਹਨਾਂ ਦੇ ਰਡਾਰ ਤੇ ਆਲਰੇਡੀ ਹੈ ਕਿ ਕੋਈ ਇਹਨਾਂ ਦੇ ਪਤਾ ਲੱਗ ਰਿਹਾ ਕਿ ਇਹ ਬੰਦਾ ਗਲਤ ਬਿਲਿੰਗ ਕਰ ਰਿਹਾ ਹੈ, ਉਹਦੀ GST ਦੀ ਨੰਬਰ ਦੀ ਛਾਨਬੀਨ ਹੋਏਗੀ ਜਿਹਦੇ ਵਿੱਚ ਉਹਨੇ ਰਜਿਸਟ੍ਰੇਸ਼ਨ ਕਰਾਈ ਸੀ, ਉੱਥੇ ਦਾ ਐਡਰੈਸ ਦੇਖਿਆ ਜਾਏਗਾ, ਉਸ ਬੰਦੇ ਦਾ ਨਾਮ ਦੇਖਿਆ ਜਾਏਗਾ। ਜਿਵੇਂ ਆਪਾਂ ਇਹ ਵੀ ਪੜ੍ਹਿਆ ਕਿ ਬੰਦੇ ਨੇ ਆਪਣੇ ਜਿਹੜੇ ਉਹਦੇ ਵਰਕਰ ਹੈ ਉਹਨਾਂ ਦੇ ਪੈਨ ਕਾਰਡਾਂ ਤੇ ਜਾਂ ਉਹਨਾਂ ਦੇ ਆਧਾਰ ਕਾਰਡ ਦੇ ਉੱਤੇ ਕੰਪਨੀਆਂ ਖੋਲ੍ਹਣੀਆਂ, ਉਹ ਚੈੱਕ ਕਰਨਗੇ। ਪਿੱਛੇ ਇੱਕ ਆਇਆ ਸੀਗਾ ਦਿੱਲੀ ਦੀ ਇੱਕ ਜਗ੍ਹਾ ਤੇ ਇੱਕ ਬੰਦੇ ਨੇ 15 ਕੰਪਨੀਆਂ ਇੱਕ ਛੋਟੇ ਜਿਹੇ ਕਮਰੇ 'ਚ ਰਜਿਸਟ੍ਰੇਸ਼ਨ ਕਰਾਈ ਹੋਈ ਸੀ, ਉਹ ਵੀ ਸਰਕਾਰ ਕੋਲ ਪਕੜੀ ਗਈ ਹੈਗੀ ਹੈ। ਤੇ ਇਸ ਤਰ੍ਹਾਂ ਅਗਰ ਰਜਿਸਟ੍ਰੇਸ਼ਨ ਜੇ ਸਰਕਾਰ ਰਜਿਸਟ੍ਰੇਸ਼ਨ GST ਦੀ ਦੇਣ ਲੱਗੇ, ਇਹ ਦੇਖੇ ਕਿ ਬੰਦਾ ਰਜਿਸਟ੍ਰੇਸ਼ਨ ਲੈ ਰਿਹਾ ਜਿਸ ਕੰਮ ਲਈ ਲੈ ਰਿਹਾ ਉਹਦੇ ਲਈ ਉਹਦੇ ਕੋਲ ਸਾਧਨ ਹੈਗੇ ਆ, ਮੀਨ ਅਗਰ ਉਹ ਸਕ੍ਰੈਪ ਦਾ ਕੰਮ ਕਰ ਰਿਹਾ ਹੈ, ਕਿਆ ਉਹਦੇ ਕੋਲ ਗੋਡਾਊਨ ਹੈ ਜਿੱਥੇ 100 200 500 ਟਨ ਸਕ੍ਰੈਪ ਰੱਖ ਸਕਦਾ, ਕੰਮ ਤਾਂ ਉਹ 5000 ਟਨ ਦਾ ਕਰਦਾ ਹੈ ਤੇ ਸਕ੍ਰੈਪ ਰੱਖਣ ਦੀ ਜਗ੍ਹਾ ਉਹਦੇ ਕੋਲ 5 ਟਨ ਨਹੀਂ ਹੁੰਦੀ, ਤੇ ਇੱਥੋਂ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਉਹ ਕੰਮ ਗਲਤ ਕਰ ਰਿਹਾ ਹੈ। ਤੇ ਸਰਕਾਰ ਅਗਰ ਇਹ GST ਰਜਿਸਟ੍ਰੇਸ਼ਨ ਸਹੀ ਤਰੀਕੇ ਨਾਲ ਚੈੱਕ ਕਰੇਗੀ, ਜਿਹੜੇ ਲੋਕਲ ਆਫੀਸਰ ਹੈਗੇ ਆ ਉਹ ਲੋਕਲ ਆਫੀਸਰ ਵੀ ਜਿਸਲੇ ਚੈੱਕ ਕਰਨ ਜਾਣਗੇ ਉੱਥੇ ਉਹਨੂੰ ਸਹੀ ਤਰੀਕੇ ਨਾਲ ਚੈੱਕ ਕਰਕੇ ਉਹਨੂੰ ਇਮੀਡੀਏਟਲੀ ਪਕੜਨਗੇ ਤੇ ਇਹ ਨਾਲ ਕਾਫੀ ਬੋਗਸ ਬਿਲਿੰਗ ਘਟ ਜਾਏਗੀ। ਸਰ ਪਰ ਦੂਜੇ ਪਾਸੇ ਅੱਜ ਕੱਲ ਇਹ ਵੀ ਚੀਜ਼ਾਂ ਆ ਗਈਆਂ ਕਿ ਤੁਹਾਡੇ ਨਾਰਥ ਇੰਡੀਅਨ ਇੰਡਕਸ਼ਨ ਫਰਨਸ ਵਾਲਿਆਂ ਦੇ ਵਿੱਚ ਹੀ ਗੱਲਾਂ ਚੱਲ ਰਹੀਆਂ ਸੀ, ਪਿੱਛੇ ਮੀਟਿੰਗ ਵੀ ਹੋਈ ਸੀ ਕਿ ਹੁਣ ਤਾਂ ਬਹੁਤ ਸਾਰੇ ਜਿਹੜੇ ਫਰਨਸ ਵਾਲੇ ਆ ਕਈ ਇਦਾਂ ਦੇ ਹੈਗੇ ਆ, ਸਾਰੇ ਨਹੀਂ ਬਹੁਤ ਸਾਰੇ ਫਰਨਸ ਵਾਲੇ ਵੀ ਇਦਾਂ ਦੇ ਕੰਮਾਂ 'ਚ ਇਨਵੋਲਵ ਹੋ ਗਏ ਕਿ ਉਹਨਾਂ ਨੇ ਫਰਨਸ ਲਾਈਆਂ ਪਰ ਪੈਰਲਲੀ ਬੋਗਸ ਬਿਲਿੰਗ ਦੇ ਵਿੱਚ ਵੀ ਇਨਵੋਲਵ ਹੋ ਗਏ। ਉਹ ਚੀਜ਼ਾਂ ਤਾਂ ਪਕੜੀਆਂ ਨਹੀਂ ਜਾ ਸਕਦੀਆਂ ਕਿਉਂਕਿ ਆਪ ਹੀ ਤੁਸੀਂ ਲੋਕ ਸ਼ੁਰੂ ਹੋ ਗਏ ਕਈ ਇੰਡਸਟਰੀਅਲਿਸਟ। ਦੇਖੋ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਜਦੋਂ ਤੱਕ ਸਰਕਾਰ ਕੋਈ ਐਸਾ ਕੋਈ ਇੱਕ ਕੇਸ ਨਹੀਂ ਪਕੜਦੀ, ਦੇਖੋ ਇਹ ਤੁਸੀਂ ਮੈਨੂੰ ਦੱਸ ਰਹੇ ਹੋਗੇ, ਮੇਰੀ ਨੌਲੇਜ ਨਹੀਂ ਹੈ, ਲੇਕਿਨ ਸਰਕਾਰ ਅਗਰ ਕੋਈ ਐਸਾ ਕੇਸ ਨਹੀਂ ਪਕੜਦੀ ਜਿਹਦੇ ਵਿੱਚ ਫਰਨਿਸਾਂ ਨੇ ਬੋਗਸ ਬਿੱਲ ਪਾ ਕੇ ਆਪਣਾ ਕੰਮ ਕੀਤਾ ਹੈ ਤੇ ਉਦੋਂ ਤੱਕ ਮੈਂ ਇਸ ਬਾਰੇ ਕਮੈਂਟ ਨਹੀਂ ਕਰ ਸਕਦਾ। ਲੇਕਿਨ ਉਹਦੇ ਵਿੱਚ ਸਰਕਾਰ ਨੂੰ ਇਨਪੁਟ ਔਰ ਆਊਟਪੁੱਟ ਦੇ ਫਰਕ ਤੋਂ ਪਤਾ ਲੱਗ ਜਾਏਗਾ। ਉਹ ਜੇ ਸਰਕਾਰ ਉਹਦੇ ਵਿੱਚ ਹੀ ਜਿਹੜੀ ਇਹ ਮੁਹਿੰਮ ਚਲਾ ਰਹੀ ਹੈ ਸਰਕਾਰ, ਉਹਦੇ ਵਿੱਚ ਇਹ ਵੀ ਕਵਰ ਕਰਨਾ ਚਾਹੀਦਾ। ਨਹੀਂ, ਤੁਹਾਡੇ ਕਹਿਣ ਦਾ ਮਤਲਬ ਜਿਹੜੇ ਨਾਰਥ ਇੰਡੀਆ ਇੰਡਕਸ਼ਨ ਫਰਨਸ ਵਾਲੇ ਹੈ, ਪ੍ਰਧਾਨ ਸਾਹਿਬ ਹੈ ਜਾਂ ਹੋਰ ਡੈਜ਼ਿਗਨੇਟਰੀ ਹੈ, ਉਹ ਗਲਤ ਬੋਲ ਰਹੇ? ਨਹੀਂ, ਗਲਤ ਨਹੀਂ ਬੋਲ ਰਹੇ, ਉਹਨਾਂ ਨੂੰ ਕੁਝ ਪਤਾ ਲੱਗਿਆ ਹੋਏਗਾ, ਲੇਕਿਨ ਮੇਰੀ ਇਸ ਬਾਰੇ ਕੋਈ ਨੌਲੇਜ ਨਹੀਂ ਹੈ। ਅੱਛਾ ਜੀ। ਉਹ ਤਾਂ ਕਹਿ ਰਿਹਾ ਕਿ ਕਈ ਇਹੋ ਜਿਹੇ ਲੋਕ ਹੈਗੇ ਆ ਜਿਹੜੇ 3 ਤੋਂ 4 ਮਿਲਾਂ ਫਟਾਫਟ ਫਰਨਸਾਂ ਖਰੀਦੀ ਜਾ ਰਹੇ ਆ, ਜਦਕਿ ਕਿਸੇ ਵੇਲੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ, ਜਦਕਿ ਤੁਸੀਂ ਲੋਕ ਆਪ ਕਹਿ ਰਹੇ ਹੋ ਕਿ ਤੁਹਾਡੀ ਫਰਨਸਾਂ ਡਾਊਨ ਜਾਈ ਜਾ ਰਹੀਆਂ, ਕੰਮ ਨਹੀਂ ਹੋ ਰਿਹਾ। ਫਿਰ ਇੱਕੋ ਹੀ ਸਮੇਂ 'ਚ ਸਰਕਾਰ ਤਾਂ ਇਹੀ ਦੇਖੇਗੀ ਨਾ, ਇੱਕ ਬੰਦਾ 5 ਮਿਲਾਂ 3 ਮਿਲਾਂ ਖਰੀਦ ਕੇ ਬੈਠ ਗਿਆ ਕੁਝ ਸਮੇਂ ਦੇ ਵਿੱਚ, ਇੱਕ ਬੰਦਾ ਕਹਿ ਰਿਹਾ ਕਿ ਭਾਈ ਹੈ ਨਹੀਂ, ਤੇ ਸਰਕਾਰ ਨੂੰ ਤਾਂ ਫਿਰ ਕੰਮ ਹੋ ਹੀ ਰਿਹਾ। ਦੇਖੋ ਉਹ ਜਿਹੜੀ ਚੀਜ਼ ਕੋਈ ਅੱਗੇ ਜਿਹੜਾ ਆਪਣਾ ਕੰਮ ਵਧਾ ਰਿਹਾ ਹੈ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਸਿਰਫ GST ਦਾ ਕੋਈ ਗਲਤ ਕੰਮ ਕਰ ਰਿਹਾ ਹੈ। ਉਹਦੇ ਵਿੱਚ ਦੇਖੋ ਸਰਕਾਰ ਨਵੇਂ ਇਨਸੈਂਟਿਵ ਦੇ ਰਹੀ ਹੈ ਤੇ ਪੰਜਾਬ ਦੇ ਵਿੱਚ ਆਪਣਾ ਇਨਵੈਸਟ ਪੰਜਾਬ ਦੀ ਪਾਲਿਸੀ ਦੇ ਵਿੱਚ ਤੁਹਾਨੂੰ ਜਿਹੜਾ ਇਲੈਕਟ੍ਰਿਸਿਟੀ ਡਿਊਟੀ ਤੋਂ ਛੂਟ ਹੈ, ਤੁਹਾਨੂੰ ਜਿਹੜਾ SGST ਦਾ ਜਿਹੜਾ ਤੁਸੀਂ ਕੈਸ਼ ਡਿਪੋਜ਼ਿਟ ਕਰਦੇ ਹੋ ਉਹਦਾ ਵੀ ਵਾਪਸ ਮਿਲਦਾ ਹੈ, ਔਰ ਆਲਮੋਸਟ ਉਹ ਜਿੰਨੀ ਤੁਹਾਡੀ ਇਨਵੈਸਟਮੈਂਟ ਉਹਦਾ ਦੁੱਗਣਾ ਤੁਹਾਨੂੰ ਮਿਲ ਜਾਂਦਾ 7 ਸਾਲਾਂ 'ਚ। ਬਿਲਕੁਲ 7 ਸਾਲਾਂ ਤੁਸੀਂ ਆਪ ਕਿਹਾ, ਪਰ ਇੱਕ ਬੰਦਾ 7 ਸਾਲ ਤੋਂ ਪਹਿਲਾਂ ਹੀ ਤੇਜ਼ ਰਫ਼ਤਾਰ 'ਚ ਚੱਲ ਰਿਹਾ ਹੋਵੇ, ਔਰ ਤੁਸੀਂ ਲੋਕਾਂ ਨੇ ਲਾਸਟ ਟਾਈਮ ਮੈਨੂੰ ਯਾਦ ਹੈ ਜਦੋਂ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਮੈਂ ਆਇਆ ਸੀ ਤੇ ਉੱਥੇ ਡਿਸਕਸ਼ਨ ਹੋ ਰਿਹਾ ਸੀ ਕਿ ਇਹੋ ਜਿਹੇ ਹਾਲਾਤ ਹੈ ਕਿ ਟਰੇਡਰ ਜਿਹੜੇ ਆ ਹੁਣ ਮਿਲਾਂ ਖਰੀਦਣ ਲੱਗ ਪਏ ਆ, ਫਰਨਸਾਂ ਖਰੀਦਣ ਲੱਗ ਪਏ, ਔਰ ਫਰਨਸ ਖਰੀਦ ਕੇ ਉਹ ਇਸ ਬੋਗਸ ਬਿਲਿੰਗ ਨੂੰ ਜ਼ਿਆਦਾ ਵਧਾਵਾ ਦੇ ਰਹੇ। ਹਾਲਾਤ ਇਹ ਕਿ ਲੋਕਾਂ ਨੇ ਲਗਜ਼ਰੀ ਕਾਰਾਂ ਤੱਕ ਲੈ ਲਈਆਂ, ਜਦਕਿ ਬਾਕੀ ਜਿਹੜੇ ਐਕਚੁਅਲ ਜੱਦੀ ਸੀਗੇ ਉਹਨਾਂ ਦੀ ਮਿਲਾਂ ਵਿਕਦੀਆਂ ਪਈਆਂ ਤੇ ਜਿਹੜੇ ਨਵੇਂ ਆਏ ਆ ਉਹ ਮਤਲਬ ਲਗਜ਼ਰੀ ਕਾਰਾਂ ਖਰੀਦ ਰਹੇ। ਸਰ ਦੇਖੋ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ, ਉਹ ਕਿਉਂ ਕੋਈ ਵੀ ਜਿਹੜਾ ਬੰਦਾ ਆਫਟਰ ਉਹ ਵੀ ਕੋਈ ਪੈਸੇ ਲਗਾ ਰਿਹਾ, ਉਹਦੀ ਕੋਈ ਕੈਲਕੂਲੇਸ਼ਨ ਹੋਏਗੀ, ਕੋਈ ਉਹਨੂੰ ਕੋਈ ਇਨਸੈਂਟਿਵ ਜਾਂ ਉਹਨੂੰ ਕੋਈ ਰॉ ਮਟੀਰੀਅਲ ਸਸਤਾ ਮਿਲਦਾ ਹੋਏਗਾ ਜਾਂ ਕੋਈ ਉਹਨੇ ਐਸੀ ਸਪੈਸ਼ਲ ਸਟੀਲ ਬਣਾਉਣਾ ਹੋਏਗਾ ਜਿਹਦੇ ਵਿੱਚ ਉਹਨੂੰ ਜਿਹੜਾ ਕੁਝ ਬੈਨੀਫਿਟ ਹੁੰਦਾ ਹੋਵੇ। ਲੇਕਿਨ ਮੇਰੀ ਨੌਲੇਜ 'ਚ ਐਸਾ ਕੋਈ ਨਹੀਂ, ਮੈਂ ਕਮੈਂਟ ਨਹੀਂ ਕਰ ਸਕਦਾ ਕਿ ਐਸੇ ਫਰਨੀਸਾਂ ਵਾਲੇ ਕਿਉਂ ਕਰ ਰਹੇ। ਇਹ ਦੇਖੋ ਜੇ ਤੁਸੀਂ ਨਾਰਥ ਇੰਡੀਆ ਇੰਡਕਸ਼ਨ ਫਰਨਿਸ ਐਸੋਸੀਏਸ਼ਨ ਦੇ ਪ੍ਰਧਾਨ ਜੀ KK ਗਰਗ ਜੀ ਨੇ ਕਿਹਾ, ਤੁਸੀਂ ਉਹਨਾਂ ਤੋਂ ਪਤਾ ਕਰੋ ਤੇ ਬੈਟਰ। ਨਹੀਂ ਉਹ ਤਾਂ ਹੈਗਾ, ਪਰ ਲਗਾਤਾਰ ਡਿਪਾਰਟਮੈਂਟ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਡਿਪਾਰਟਮੈਂਟ ਕਹਿੰਦਾ ਕਿ ਡਿਪਾਰਟਮੈਂਟ ਦੇ ਵੀ ਦੇਖੋ ਰਿਸੋਰਸਿਸ ਹੁੰਦੇ, ਉਹ ਵੀ ਗਲਤ ਤਾਂ ਨਹੀਂ ਕਹਿੰਦੇ, ਉਹ ਕਹਿੰਦੇ ਜੀ ਇਹਨਾਂ ਵਿੱਚੋਂ ਖੁਦ ਹੀ
ਮੰਡੀ ਗੋਬਿੰਦਗੜ੍ਹ 'ਚ ਇਸ ਟਾਈਮ 'ਚ ਮੋਟਾ ਕੰਮ ਚੱਲ ਰਿਹਾ ਔਰ ਖਾਸ ਕਰਕੇ ਸਾਨੂੰ ਤਾਂ ਐਂ ਲੱਗਦਾ ਪਤਾ ਤੁਹਾਨੂੰ ਸਾਰਿਆਂ ਨੂੰ ਸਭ ਕੁਝ ਹੈ ਪਰ ਲਿਹਾਜ਼ ਕਰੀ ਜਾਂਦੇ ਹੋ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਖੁਦ ਹੀ ਅੰਦਰ ਰਲ ਕੇ ਬਰਬਾਦ ਕਰ ਰਹੇ ਇੰਡਸਟਰੀ ਨੂੰ ਅੱਜ ਵੀ ਤੁਸੀਂ ਉਹਨਾਂ ਦਾ ਲਿਹਾਜ਼ ਕਰੀ ਜਾ ਰਹੇ ਹੋ ਜਦਕਿ ਉਹ ਤੁਹਾਡੇ ਨਾਲ ਬੈਠ ਕੇ ਤੁਹਾਡੀ ਇੰਡਸਟਰੀ ਬਰਬਾਦ ਕਰ ਰਹੇ। ਸਰ ਦੇਖੋ ਇਹ ਹੁਣ ਜਿਹੜਾ ਆਪਾਂ ਇਸ ਟਾਈਮ ਤੇ ਕਹਿਣ ਦੇ ਨਾਲੋਂ ਜਿਹੜਾ ਸਰਕਾਰ ਇਹ ਮੁਹਿੰਮ ਚਲਾ ਰਹੀ ਹੈ GST ਨੰਬਰ ਚੈੱਕ ਕਰਨ ਦਾ ਉਹਦੇ ਵਿੱਚ ਇਹ ਸਾਰਾ ਕੁਝ ਆ ਜਾਣਾ ਹੈ ਕਿ ਅਗਰ ਕੋਈ ਫਰਨਸ ਵਾਲਾ ਹੀ ਗਲਤ ਕਰ ਰਿਹਾ ਉਹ ਕਿੱਦਾਂ ਹੋਊਗਾ? ਸਰ ਦੇਖੋ ਐਸਾ ਹੈ ਫਰਨਿਸ ਵਾਲਾ ਡਾਇਰੈਕਟਲੀ ਤਾਂ ਨਹੀਂ ਹੋਏਗਾ, ਉਹਨੇ ਵੀ ਆਪਣਾ ਕੋਈ ਕਰਿੰਦਾ ਜਾਂ ਕੋਈ ਕੁਝ ਬਾਹਰ ਬਿਠਾਇਆ ਹੋਏਗਾ ਉਹਦਾ ਨੰਬਰ ਲੈ ਕੇ। ਪਰ ਕੋਈ ਤੁਹਾਡੇ ਹੀ ਜਿਹੜੇ ਕੁਲੀਗਸ ਹੈ ਉਹੀ ਦੱਸਦੇ ਆ ਕਿ ਉਹਨਾਂ ਦੀ ਐਦਾਂ ਪੋਸੀਬਲ ਹੈਗਾ, ਤੁਸੀਂ ਦੱਸੋ ਚਲੋ ਕਿ ਉਹਦੀ ਕੈਪੈਸਿਟੀ ਜਿਹੜੀ ਹੈਗੀ ਹੈ ਜੇ 3000 ਟਨ ਦੀ ਹੈ ਤੇ ਉਹ ਸੇਲ ਕਰ ਰਿਹਾ 10000 ਟਨ 7000 ਟਨ, ਉਹ ਕਿੱਦਾਂ ਮਤਲਬ ਡਬਲ ਟ੍ਰਿਪਲ ਅੰਦਰ? ਦੇਖੋ ਉਹਦੇ ਵਿੱਚ ਦੇਖੋ ਪੁਰਾਣੇ ਐਕਸਾਈਜ਼ ਜਿਹੜੀ ਸੈਂਟਰਲ ਐਕਸਾਈਜ਼ ਕੋਈ ਡਿਫਰੈਂਸ ਸੀਗਾ, ਹੁਣ ਜਿਹੜਾ ਹੈਗਾ GST ਦੇ ਵਿੱਚ ਇੱਕ ਬੰਦਾ ਮੈਨੂਫੈਕਚਰਿੰਗ ਦੇ ਨਾਲ ਟ੍ਰੇਡਿੰਗ ਕਰ ਸਕਦਾ ਹੈ। ਅਗਰ ਉਹਦੀ ਮੈਨੂਫੈਕਚਰਿੰਗ ਕੈਪੈਸਿਟੀ 3000 ਟਨ ਦੀ ਹੈ ਤੇ ਮੈਂ ਉਸ ਤੋਂ ਇਲਾਵਾ 3000 ਟਨ ਮਾਲ ਹੋਰ ਖਰੀਦਦਾ, ਉਹਨੂੰ ਸਸਤਾ ਮਿਲਦਾ ਹੈ ਔਰ ਉਹ ਟ੍ਰੇਡਿੰਗ 'ਚ ਉਹਨੂੰ ਪੈਸੇ ਬਚਦੇ ਆ, ਉਹ 3000 ਟਨ ਹੋਰ ਵੇਚ ਕੇ 6000 ਟੋਟਲ ਸੇਲ ਹੋ ਜਾਂਦੀ ਹੈ। ਬਟ ਉਹ 6000 ਟਨ ਦੀ ਸੇਲ ਉਹਦੀ ਫਿਨਿਸ਼ਡ ਨਹੀਂ ਹੋਏਗੀ, ਉਹਦੀ ਫਿਨਿਸ਼ ਦੀ ਸੇਲ 3000 ਹੋਏਗੀ, 3000 ਟਨ ਦੀ ਉਹਦੀ ਰॉ ਮਟੀਰੀਅਲ ਦੀ ਜਾਂ ਟ੍ਰੇਡਿੰਗ ਦੀ ਸੇਲ ਹੋਏਗੀ। ਇਸ ਕਾਰਨ ਉਹਦੇ ਵਿੱਚ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਪ੍ਰੋਡਕਸ਼ਨ ਜ਼ਿਆਦਾ ਦਿਖਾ ਰਹੇ ਜਾਂ ਕੁਝ ਕਰ ਰਹੇ, ਉਹ ਤਾਂ ਪੋਸੀਬਿਲਿਟੀ ਨਹੀਂ ਨਾ। ਬਿਜਲੀ ਦੇ ਤੁਸੀਂ ਬਿੱਲ ਦੇਣਾ ਉਹਦੇ ਨਾਲ ਵੀ ਤੁਹਾਡਾ ਹੋਏਗਾ, ਤੁਸੀਂ ਲੇਬਰ ਵਾਲਿਆਂ ਨੂੰ ਪੈਸੇ ਦੇਣੇ ਆ, ਉਹਦਾ ਵੀ ਇੱਕ ਲਿਮਿਟ ਹੁੰਦੀ ਹੈ ਕਿ ਕਿੰਨੀ ਪ੍ਰੋਡਕਸ਼ਨ ਹੋ ਸਕਦੀ ਹੈ। ਤੇ ਲੇਕਿਨ ਸਾਨੂੰ ਵੀ ਤਾਂ ਇਹ ਸਾਰੀਆਂ ਗੱਲਾਂ ਰਿਸੋਰਸਿਸ ਜਾਂ ਤੁਹਾਡੇ ਵਰਗੇ ਭਰਾ ਹੀ ਜਿਹੜੇ ਇੰਡਸਟਰੀਅਲਿਸਟ ਹੈ ਜਿਹੜੇ ਇਫੈਕਟਡ ਹੈ ਉਹੀ ਦੱਸਦੇ, ਸਾਨੂੰ ਕਿਹੜਾ ਆਪ ਪਤਾ, ਸਾਨੂੰ ਤਾਂ ਇਹ ਜੀ ਟੈਕਨੀਕਲ ਲੈਂਗੁਏਜ ਵੀ ਨਹੀਂ ਪਤਾ। ਸਰ ਦੇਖੋ ਤੁਸੀਂ ਹੁਣ ਮੈਂ ਕਹਾਂਗਾ ਤੁਹਾਨੂੰ ਹੁਣ ਨਾ ਸੈਂਟਰਲ ਗਵਰਨਮੈਂਟ ਦੇ ਐਕਸ਼ਨ ਦੀ GST ਡਿਪਾਰਟਮੈਂਟ ਦੇ ਐਕਸ਼ਨ ਦੀ ਵੇਟ ਕਰਨੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਉਹ 'ਚ ਬਾਹਰ ਆ ਜਾਣਗੀਆਂ ਤੇ ਆਪਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ। ਹਾਂਜੀ ਆ ਜਾਣਗੇ, ਸਰਕਾਰ ਦਾ ਸਾਥ ਦੇਣਾ ਚਾਹੀਦਾ। ਜੇ ਸਰਕਾਰ ਜਿਵੇਂ ਤੁਸੀਂ ਮੈਨੂੰ ਪੁੱਛ ਰਹੇ ਹੋ, ਅਗਰ ਜਿਹੜੇ ਤੁਹਾਡੇ ਸੋਰਸਿਸ ਨੇ ਕਿਹਾ ਤੁਹਾਨੂੰ ਉਹਨਾਂ ਤੋਂ ਡਿਟੇਲ ਲੈ ਕੇ ਸਰਕਾਰ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਕਿ ਕਿਹੜੇ ਬੰਦੇ ਹੈ ਜਿਹੜਾ ਇਹ ਇਸ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ 3000 ਦੀ ਪ੍ਰੋਡਕਸ਼ਨ ਤੇ 10000 ਦੀ ਸੇਲ ਹੈ। ਸਰਕਾਰ ਨੂੰ ਜਾਂ GST ਡਿਪਾਰਟਮੈਂਟ ਨੂੰ ਉਹਨਾਂ ਦੇ ਨਾਮ ਦੱਸ ਕੇ ਇਹ ਜਿਹੜੇ ਬਲੈਕ ਸ਼ੀਪਸ ਹੈ ਜਿਹੜੇ ਇੰਡਸਟਰੀ ਨੂੰ ਖਰਾਬ ਕਰ ਰਹੇ ਆ। ਕਹਿੰਦੇ ਕਈ ਪ੍ਰਧਾਨ ਹੀ ਹੈਗੇ, ਕਈ ਐਸੋਸੀਏਸ਼ਨਾਂ ਦੇ, ਕਈ ਜਨਰਲ ਸੈਕਟਰੀ ਹੈਗੇ। ਸਰ ਦੇਖੋ ਆਪਾਂ ਪ੍ਰਧਾਨ ਕਹੀਏ, ਜਨਰਲ ਸੈਕਟਰੀ ਕਹੀਏ, ਹਰ ਬੰਦਾ ਇੱਕ ਇੰਡਸਟਰੀਲਿਸਟ ਹੈ। ਆਪਾਂ ਇੱਕ ਪਾਰਟਿਕੂਲਰ ਕਿਸੇ ਨੂੰ ਪ੍ਰਧਾਨ ਕਹਿ ਰਹੇ ਹਾਂ, ਹਰ ਇੰਡਸਟਰੀਲਿਸਟ ਹੈ। ਹਰ ਇੰਡਸਟਰੀਜ਼ ਜਿਹੜਾ ਕੋਈ ਪੈਸੇ ਕੋਈ ਗਲਤ ਤਰੀਕੇ ਨਾਲ ਕਮਾਉਣਾ ਚਾਹੁੰਦਾ ਉਹ ਕੋਈ ਵੀ ਹੋ ਸਕਦਾ, ਉਹ ਪ੍ਰਧਾਨ ਜਾਂ ਸੈਕਟਰੀ ਜਾਂ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇਹਦੇ ਲਈ ਸਰਕਾਰ ਅੱਛਾ, ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਜੋ ਨਵੀਆਂ ਹੁਣ ਆਈ ਹੈ ਸੈਂਟਰਲ ਦਾ ਨੋਟੀਫਿਕੇਸ਼ਨ ਹੀ ਆਇਆ ਹੈ, ਉਹ ਅਗਰ ਉਹ ਕਰ ਰਹੀ ਹੈ ਤੇ ਬਹੁਤ ਅੱਛਾ ਹੈ। GST ਰਜਿਸਟ੍ਰੇਸ਼ਨ ਚੈੱਕ ਕਰਨਗੇ, ਉਹਨਾਂ ਨੂੰ ਪਤਾ ਲੱਗਣਾ ਹੈ ਕਿ ਜਿਹੜੀ ਤੁਸੀਂ ਪਹਿਲੇ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਟੇਬਲ ਨਹੀਂ ਕੁਰਸੀ ਨਹੀਂ, ਤੇ ਤੁਹਾਨੂੰ ਇਹ ਪਤਾ ਲੱਗੇਗਾ ਇੱਕ ਕੁਰਸੀ ਇੱਕ ਟੇਬਲ ਹੈ ਤੇ ਫਰਮਾਂ ਉੱਥੇ 10 ਚੱਲਦੀਆਂ ਪਈਆਂ। ਉਹੀ ਅਸੀਂ ਕਹਿ ਰਹੇ ਹਾਂ, ਹੁਣ ਉਹਨਾਂ ਨੇ ਫਰਨੈਸਾਂ ਖਰੀਦ ਲਈਆਂ, ਹੁਣ ਵੱਡੇ ਲੈਵਲ ਤੇ ਕੰਮ ਨਹੀਂ ਉਹਦੀ ਗੱਲ ਨਹੀਂ ਕਰ ਰਹੇ, ਅਸੀਂ ਕਰ ਰਹੇ ਹਾਂ ਬੋਗਸ ਬਿਲਿੰਗ ਦੀ। ਮੈਂ ਉਹ ਫਰਨੀਸਾਂ ਦੇ ਵਿੱਚ ਤੁਸੀਂ ਨਾ ਕਵਰ ਕਰੋ। ਬੋਗਸ ਬਿਲਿੰਗ ਵਾਲਿਆਂ ਦਾ ਐਕਚੁਅਲ ਦੇ ਵਿੱਚ ਇੱਕ ਛੋਟਾ ਜਿਹਾ 10x10 ਦਾ ਆਫਿਸ ਲੈ ਕੇ ਉੱਥੇ ਫਰਮਾਂ ਖੋਲ ਲੈਂਦੇ ਆ। ਮੇਰੀ ਇਹਦੇ ਵਿੱਚ ਇੱਕ ਹੋਰ ਵੀ ਹੈ, ਅਸੀਂ ਪਿੱਛੇ ਸਾਡੀ ਇੱਕ ਮੀਟਿੰਗ ਹੋਈ ਸੀਗੀ ਚੀਫ ਕਮਿਸ਼ਨਰ GST ਨਾਲ ਇੱਥੇ, ਅਸੀਂ ਉਹਨਾਂ ਨੂੰ ਵੀ ਕਿਹਾ ਸੀ ਰਜਿਸਟ੍ਰੇਸ਼ਨ ਜਿਸ ਲਈ ਤੁਸੀਂ ਦਿੰਦੇ ਹੋ ਉਹਦਾ ਚੈੱਕ ਕਰੋ ਕਿ ਉਹ ਕੀ ਕੰਮ ਕਰਨਾ ਚਾਹੁੰਦਾ, ਉਹ ਕੰਮ ਕਰਨ ਲਈ ਉਹਦੇ ਕੋਲ ਜਗ੍ਹਾ ਕਿਆ, ਉਹਦੇ ਕੋਲ ਰਿਸੋਰਸਿਸ ਜਾਂ ਉਹਦੇ ਕੋਲ ਹੈਗਾ ਨਹੀਂ ਹੈਗਾ। ਜੇ ਉਹ ਕੋਈ GST ਦਾ, ਅਸੀਂ ਇੱਥੇ ਵੀ ਕਿਹਾ ਸੀ ਕਿ ਉਹਦੀ ਕੋਈ ਸਿਕਿਉਰਿਟੀ ਲਿੱਤੀ ਜਾਵੇ, ਹਾਲਾਂਕਿ ਉਹ ਪ੍ਰੋਵੀਜ਼ਨ ਨਹੀਂ ਹੈ GST ਨੰਬਰ ਦੇਣ ਲੱਗੇ ਕੋਈ ਸਰਕਾਰ ਸਿਕਿਉਰਿਟੀ ਜਾਂ ਆਪਣੀ ਤੁਸੀਂ ਕੀ ਜੀ ਆਪਣੀ ਕੋਈ ਰਜਿਸਟਰੀ ਦੇ ਦਿਓ ਜਗ੍ਹਾ ਦੀ, ਉਹ ਨਹੀਂ ਹੋ ਸਕਦਾ। ਬਟ ਸਾਡਾ ਪਰਪਸ ਇਹ ਹੈ ਕਿ ਜਦੋਂ ਇਹ ਚੈੱਕ ਹੋਊਗਾ ਇਹਦੇ ਚ ਬਹੁਤ ਕੁਝ ਕਾਫੀ ਹੱਦ ਤੱਕ ਤੁਸੀਂ ਕਹਿੰਦੇ ਨੁਕੇਲ ਪੈ ਜਾਏਗੀ, ਜੇ ਥੋੜਾ ਬਹੁਤ ਕੁਝ ਰਹਿ ਜਾਏਗਾ ਤੁਹਾਨੂੰ ਤਾਂ। ਜਿਹੜੀ ਮੇਰੀ ਪਹਿਲੀ ਇੱਕ ਸੁਜੈਸ਼ਨ ਹੈ 5% ਸਰਕਾਰ ਚਾਹਵੇ ਤੇ ਕੱਲ ਹੋ ਸਕਦੀ ਹੈ। ਇਹਦੇ ਲਈ ਕੋਈ ਪਾਰਲੀਮੈਂਟ 'ਚ ਲਾਅ ਚੇਂਜ ਕਰਨ ਦੀ ਜ਼ਰੂਰਤ ਨਹੀਂ, ਇਹਦੇ ਵਿੱਚ ਜਿਹੜਾ ਹੈਗਾ ਕੋਈ ਨਵੇਂ ਤਰੀਕੇ ਦਾ ਕੋਈ GST ਦਾ ਕੋਈ ਕਲੌਜ਼ ਲਿਆਉਣ ਦੀ ਜ਼ਰੂਰਤ ਨਹੀਂ ਹੈ। ਸਿੰਪਲ ਹੈ ਕਿ ਜਿਵੇਂ ਸਰਕਾਰ ਹੁਣ ਅੱਜ ਦੀ ਨਿਊਜ਼ ਆਈ ਹੈ ਕਿ ਸੀਮੈਂਟ 28 ਤੋਂ 18 ਹੋ ਸਕਦਾ ਤੇ ਇਸ ਤਰ੍ਹਾਂ ਹੀ ਸਕ੍ਰੈਪ ਨੂੰ 18 ਤੋਂ 5 ਕਰ ਦੇਣ, ਉਹਦੇ ਵਾਸਤੇ ਕੁਝ ਨਹੀਂ ਕਰਨਾ। ਪਰ ਉਹਦੇ ਨਾਲ ਸਰਕਾਰ ਕਹੇਗੀ ਮੇਰਾ ਰੈਵਨਿਊ ਲਾਸ ਨਹੀਂ, ਰੈਵਨਿਊ ਲਾਸ ਕਿੱਥੋਂ ਹੋਏਗਾ? ਜੇ 5% ਦੀ ਸਕ੍ਰੈਪ ਆਏਗੀ ਮੈਂ ਉਹਦਾ ਫਿਨਿਸ਼ ਤਾਂ 18% ਬਣਾ ਕੇ ਦਊਂਗਾ, ਡਿਫਰੈਂਸ ਜਿਹੜਾ ਮੈਨੂੰ ਜ਼ਿਆਦਾ ਦੇਣਾ ਪਊਗਾ ਕੈਸ਼। ਓਕੇ ਠੀਕ ਹੈ, ਸਰਕਾਰ ਨੂੰ ਉਲਟਾ ਰੈਵਨਿਊ ਵਧੇਗਾ ਕਿਉਂਕਿ ਜਿਹੜੀ ਨਕਲੀ ਬਿੱਲ 18% ਵਾਲੇ ਖਤਮ ਹੋ ਜਾਣਗੇ। ਹਾਂਜੀ ਰਿਫੰਡ ਲੈਣ ਵਾਲੇ ਜਿਹੜਾ 18% ਰਿਫੰਡ ਲੈਂਦਾ ਉਹਨੂੰ ਰਿਫੰਡ ਹੀ 5 ਮਿਲਣਾ, ਨਕਲੀ ਵੀ ਹੋਊਗਾ ਤਦ ਵੀ 5 ਮਿਲਣਾ। ਹਾਂ, ਪਰ ਉਹ ਕਹਿੰਦੇ ਕਿ ਸਟੀਲ ਦੇ ਵਿੱਚ ਵੋਲਿਊਮ ਹੀ ਇੰਨਾ ਜ਼ਿਆਦਾ ਹੁੰਦਾ ਕਿ 5 ਵੀ ਬਹੁਤ ਬਣ ਜਾਂਦਾ। ਸਰ ਨਹੀਂ ਸਰ, ਦੇਖੋ ਤੁਸੀਂ ਗੱਲ ਸੁਣੋ, ਅੱਜ ਸਕ੍ਰੈਪ ਜਿਹੜੀ ਹੈਗੀ ਹੈ ਅਗਰ 40 ਰੁਪਏ ਬੇਸਿਕ ਪ੍ਰਾਈਸ ਲਗਾਈਏ ਤੇ 7200 ਰੁਪਏ ਬਣ ਗਿਆ GST 18% ਨਾਲ, ਤੇ 5% ਨਾਲ ਸਿਰਫ 2000 ਬਣਨਾ। 5200 ਰੁਪਏ ਦਾ ਤਾਂ ਸਰਕਾਰ ਦਾ ਸਿੱਧਾ ਫਾਇਦਾ ਹੋ ਗਿਆ ਪਰ ਟਨ ਦਾ। ਬਿਲਕੁਲ ਠੀਕ ਹੈ।
ਸੋ ਜਿਵੇਂ ਤੁਹਾਡੀਆਂ ਮੀਟਿੰਗਾਂ ਚੱਲ ਰਹੀਆਂ ਸਰਕਾਰ ਦੇ GST ਕਮਿਸ਼ਨਰ ਨਾਲ ਤੁਸੀਂ ਹੁਣ ਦੱਸਿਆ, ਜਾਂ ਹੋਰ ਵੀ ਤੁਸੀਂ CGST ਵਾਲਿਆਂ ਨਾਲ ਵੀ ਕਰ ਰਹੇ ਹੋ, ਕੇਂਦਰੀ ਮੰਤਰੀਆਂ ਨਾਲ ਵੀ ਮਿਲ ਰਹੇ ਹੋ, ਸੋ ਕੀ ਇਹ ਆંકੜੇ ਤੁਸੀਂ ਇਦਾਂ ਹੀ ਕੈਲਕੂਲੇਸ਼ਨ ਵਾਈਜ਼ ਉਹਨਾਂ ਨੂੰ ਵੀ ਸਮਝਾਉਂਦੇ ਹੋ? ਅਸੀਂ ਇਹ ਦਿੱਤੇ ਸੀਗੇ ਆંકੜੇ ਜਿਹੜੇ ਹੈਗੇ ਆ ਕਿ ਕਿੰਨਾ ਇਹਦਾ, ਕਿਉਂਕਿ ਇਨਸੈਂਟਿਵ ਜਿਹੜਾ ਬੋਗਸ ਬਿਲਿੰਗ ਕਰਦਾ ਹੈ ਉਹਨੂੰ ਅਸੀਂ ਅਗਰ ਕੰਮ ਕਰਦੇ ਹਾਂ 100-500 ਰੁਪਏ ਟਨ ਤੇ, ਹੁਣ ਤਾਂ ਸਿੱਧਾ 5000 ਰੁਪਏ ਟਨ ਬਚਦਾ ਬੋਗਸ ਬਿਲਿੰਗ ਨਾਲ। ਤੇ ਉਹ ਅਗਰ ਇਨਸੈਂਟਿਵ ਹੀ ਸਰਕਾਰ ਖਤਮ ਕਰ ਦੇਗੀ, ਜਾਂ RCM ਨਾਲ ਹੋਣਾ ਖਤਮ ਜਾਂ 5% ਨਾਲ ਹੋਣਾ, ਤੇ ਉਹ ਆਪੇ ਹੀ ਬੋਗਸ ਬਿਲਿੰਗ, ਅਗਰ ਮੈਂ ਕਹਿੰਦਾ 100% ਖਤਮ ਨਹੀਂ ਹੋਏਗੀ, ਕਿਉਂਕਿ ਕੋਈ ਵੀ ਚੀਜ਼ 100% ਜੇ 100 ਦੀ 5 ਜਾਂ 10% ਵੀ ਰਹਿ ਗਈ, ਤੁਸੀਂ ਫਰਕ ਦੇਖੋ ਕਿੰਨਾ। ਰੈਵਨਿਊ ਵੀ ਬਹੁਤ ਵੱਧ। ਹਾਂਜੀ ਹਾਂਜੀ ਚਲੋ ਠੀਕ ਹੈ ਸਰ, ਥੈਂਕ ਯੂ। ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਸੰਦੀਪ ਜੈਨ ਜੀ, ਜਿਹੜੇ ਕਿ ਆਲ ਇੰਡੀਆ ਫਰਨਸ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਰਹੇ ਨੇ। ਸੋ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ, ਔਰ ਬਹੁਤ ਅੱਛਾ ਉਪਰਾਲਾ ਇੱਕ ਦੱਸਿਆ ਕਿ ਜਿਹੜਾ GST ਡਿਪਾਰਟਮੈਂਟ ਵੱਲੋਂ ਹੁਣ ਜਿਹੜੇ ਗਲਤ GST ਨੰਬਰ ਲਿੱਤੇ ਜਾਂਦੇ ਸੀ, ਆਪਣੇ ਕਰਮਚਾਰੀਆਂ ਦੇ ਲੇਬਰ ਦੇ ਨਾਮ ਤੇ GST ਲੈ ਕੇ ਜਾਲੀ ਕੰਪਨੀਆਂ ਖੋਲ ਕੇ ਵੱਡੇ ਬੋਗਸ ਬਿਲਿੰਗ ਫਰਾਡ ਕੀਤੇ ਜਾਂਦੇ ਸੀ, ਉਹ ਸਾਰੇ ਮਾਮਲੇ ਦੇ ਵਿੱਚ ਹੁਣ ਸਕੂਟਨੀ ਸ਼ੁਰੂ ਹੋ ਚੁੱਕੀ ਹੈ। ਇੱਕ ਨਵੀਂ ਡਰਾਈਵ ਚਲਾਈ ਗਈ ਹੈ, ਤੇ ਜੇ ਇਹੋ ਜਿਹੀ ਡਰਾਈਵ ਕਾਮਯਾਬ ਹੋ ਜਾਂਦੀ ਹੈ ਤੇ ਵਾਕਈ ਹੀ ਬੋਗਸ ਬਿਲਿੰਗ 'ਚ ਜਿਹੜਾ ਠੱਲ ਪਏਗੀ ਤੇ ਸਰਕਾਰੀ ਰੈਵਨਿਊ ਦੇ ਵਿੱਚ ਵੱਡਾ ਇਜ਼ਾਫਾ ਹੋਵੇਗਾ। ਦੇਖਦੇ ਰਹੋ, ਬਨੇ ਰਹੋ ਜਨਹਿਤੈਸ਼ੀ। ਧੰਨਵਾਦ।